ਮਿੱਟੀ ਦੇ ਨਾਲ ਮਿੱਟੀ ਹੋਵਾਂ। ਇੱਕ ਪਲ ਵੀ ਨਾ ਕਦੇ ਖਲੋਵਾਂ। ਮੈਂ ਮਿੱਟੀ ਦਾ ਜਾਇਆ। ਮੇਰੇ ਖੇਤ ਮੇਰੀ ਪਹਿਚਾਨ ਆ। ਉਹ ਲੁਕੋ ਮੈਂ ਤਾਂ ਇੱਕ ਕਿਸਾਨ ਆ। इस वक्त शहीद किसान वीर परविंदर सिंह के पिता जी सरदार अजीत सिंह जी साडे नाल ने। इन्हां नाल गल करदे हां। हुणे इसे गुरु घर दे विच उन्हां दी अंतिम अरदास होई है। एक बाप दे लई बड़ा वड्डा दुख हुंदा है। इकलौता पुत्तर सी, 4 बेटियां। इन्हां नाल गल करदे हां। सरदार साहब बेहद दुख आ, क्योंकि पुत्रां दे दुख जिहड़े आ लफ्ज़ां नाल वंडाउणे कोई सौखे नहीं। तो ये बड़ा वड्डा कहंदे कि बाप दे मोढे ते सब तो वड्डा भार पुत्र दी अर्थी हुंदी आ। ते किवें की भाणा वापरिया होया की जी? वाहिगुरू जी का खालसा वाहिगुरू जी की फतेह। बेनती है कि पिंड साडा इस कामों काफ़ी पिछे सीगा, पर हिम्मत बड़ी रखी इहने भी पिंड नूं जगाउण वास्ते किसान जथेबंदियां आईयां, उन्हां दा साथ दिता। जिद्दां जिद्दां भी उन्हां हुक्म लाया, उन्हां दे हुक्म ते पहरा दिंदे होए इत्थे गुरुद्वारा साहब तो लौसमेंट करनी, डेली करनी, रोज़ाना करी मीटिंगां करनियां। ओहदी मीटिंगां दियां वीडियो भी भरियां होईयां। अगे 23 जनवरी नूं 22 जनवरी नूं गया सी दिल्ली, ते जित्थों 29 नूं वापस आया सीगा। उत्थे संघर्ष 26 दी परेड में शामिल होया सीगा। ते उस तो आण के फिर ये मन च वो जज्बा जो उत्थे वेख के इन्ने भरा, इन्नियां भैणां, इन्ने किसान धरने ते बैठे हैं, उन्हां दे जज्बात वेख के ये होर जज्बात विच आ गया कि भावें मेरी जान लेखे विच लग जाए, मैं पिंड नूं भी होर उच्चियां ते सुच्चियां करना। फिर दोबारा ट्राली तैयार की, ट्रैक्टर तैयार किया। वो 3-4 दिन मेहनत करके तैयारी करने वास्ते गद्दे गुद्दे ला के सारा कुछ करके ਅਤੇ ਅਖੀਰ ਦੇ ਵਿੱਚ ਐਂਡ ਦੇ ਉੱਤੇ ਕੀ ਆ, ਜੋ ਸਾਰਾ ਕੁਝ ਤਿਆਰ ਹੋ ਗਿਆ, ਕੁਛ ਬੰਦੇ ਉਹਨੂੰ ਮੌਕੇ 'ਤੇ ਜਵਾਬ ਦਿੱਤਾ। ਜੇ ਸੱਚਾਈ ਗੱਲ ਹੈ, ਵੇਖੋ ਸੱਚ ਇੱਥੇ ਵੀ ਬੋਲਣਾ ਚੰਗਾ ਅਤੇ ਦਰਗਾਹ ਵਿੱਚ ਉਹਦਾ ਮੁੱਲ ਪਏਗਾ। ਇੱਥੇ ਮੈਂ ਝੂਠ ਬੋਲਾਂ, ਆਪਣੇ ਪੁੱਤਰ ਦੀ ਕੋਈ ਗੱਲ ਸੋਭਾ ਤੋਂ ਛੁਪਾਵਾਂਗਾ ਅਤੇ ਉਹ ਦਰਗਾਹ 'ਚ ਮੈਨੂੰ ਸਜ਼ਾ ਮਿਲੇਗੀ। ਪਰ ਜਿਹੜੀ ਇੱਥੇ ਗੱਲ ਹੋਈ ਸੀ ਕਿ ਉਹਨਾਂ ਨੇ ਪਿੰਡ ਦੇ ਕੁਛ ਲੋਕਾਂ ਨੇ ਉਹਦਾ ਸਾਥ ਨਹੀਂ ਦਿੱਤਾ, ਜਿਹਦਾ ਉਹਨੂੰ ਬੜਾ ਭਾਰੀ ਸਦਮਾ ਲੱਗਾ ਕਿ ਤੁਸੀਂ ਕਿਉਂ ਪਿੱਛੇ ਹੋਣ ਡੇ ਹੋ, ਕਿਹੜੀ ਗੱਲੋਂ ਜਾਣ ਡੇ ਹੋ। ਉਹਦਾ ਇੰਨਾ ਮਤਲਬ ਵੀਪੀ ਵਧ ਗਿਆ। ਵੀਪੀ ਵੈਸੇ ਵੀ ਉਹ ਵੀਪੀ ਦਾ ਮਰੀਜ਼ ਸੀਗਾ ਅਤੇ ਗੱਲ ਸਹਾਰ ਨਹੀਂ ਸਕਦਾ, ਮਤਲਬ ਜਿਹੜੀ ਬੁਰੀ ਗੱਲ ਹੀ ਉਹਦੇ ਕੋਲ ਨਹੀਂ ਸਹਾਰੀ ਜਾਂਦੀ। ਅਤੇ ਇਹਨੇ ਆਖਿਆ ਵੀ ਇੰਨੇ ਦਿਨ ਆਪਾਂ ਤਿਆਰੀ ਕਰਦੇ ਰਹੇ, ਆਪਾਂ ਤੁਰਨ ਲੱਗੇ ਹਾਂ, ਜਾਣ ਵੇਲੇ ਅੰਤ ਵੇਲੇ ਬੰਦਾ ਉਹ ਸੂਰਮਾ ਨਹੀਂ ਜਿਹੜਾ ਅੰਤ ਵੇਲੇ ਜਵਾਬ ਦੇਵੇ। ਗੁਰੂ ਸਾਹਿਬ ਦਾ ਵੀ ਬਚਨ ਆ ਕਿ ਜਿਹੜਾ ਅੰਤ ਵੇਲੇ ਜਿਹੜਾ ਸੂਰਮਾ ਮੈਦਾਨ ਛੱਡ ਜਾਵੇ ਉਹਨੂੰ ਸੂਰਮਾ ਨਹੀਂ ਕਿਹਾ ਜਾਂਦਾ। ਪਰ ਇਹਦੇ ਮਨ 'ਤੇ ਇਹ ਸਦਮਾ ਬਣਿਆ ਵੀ ਇਹਨਾਂ ਸਿੰਘਾਂ ਨੇ ਮੈਨੂੰ ਤਿਆਰ ਕਰਕੇ ਮੇਰੀ ਮਤਲਬ ਪਿੱਠ ਲਵਾਉਣ ਵਾਸਤੇ ਜਾਂ ਮੈਨੂੰ ਇਹਨਾਂ ਥੱਲੇ ਸੁੱਟਣ ਵਾਸਤੇ, ਮੇਰੀ ਪੌੜੀ ਖਿੱਚਣ ਵਾਸਤੇ ਇਹਨਾਂ ਜਵਾਬ ਦਿੱਤਾ। ਇਹ ਮਨ ਦੇ 'ਤੇ ਬੋਝ ਪਾ ਗਿਆ ਇਹ ਸੰਘਰਸ਼ ਦੇ ਵੱਲੇ, ਜਿੱਥੇ ਕਿ ਜ਼ਰੂਰੀ ਜਾਣਾ ਚਾਹੀਦਾ ਸੀਗਾ। ਪਰ ਇਹ ਸਦਮਾ ਨਾ ਚੱਲਦੇ ਹੋਏ ਇਹਦਾ ਵੀਪੀ ਵੱਧ ਗਿਆ, ਕੰਟਰੋਲ ਨਾ ਹੋ ਸਕਿਆ। ਅਚਾਨਕ ਇਹਦੀ ਮੌਤ ਹੋ ਗਈ। ਸਾਨੂੰ ਜਿਸ ਵੇਲੇ ਪਤਾ ਲੱਗਾ ਅਸੀਂ ਜਾ ਕੇ ਦੇਖਿਆ ਅਤੇ ਪੈਰਾਂ ਥੱਲੇ ਮਿੱਟੀ ਨਿਕਲ ਗਈ। ਚਲੋ ਫਿਰ ਵੀ ਪਰਮਾਤਮਾ ਦਾ ਸ਼ੁਕਰ ਕਰਨੇ ਆ, ਸੱਚੇ ਪਾਤਸ਼ਾਹ ਅੰਮ੍ਰਿਤਧਾਰੀ ਸੀਗਾ। ਪਿੰਡ ਦੀਆਂ ਪ੍ਰਭਾਤ ਫੇਰੀਆਂ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਸੀ ਅਤੇ ਇਹਨੇ ਇੱਕ ਸ਼ਬਦ ਕਹਿਣਾ ਕਿ ਜੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਆਉਣਾ ਅਤੇ ਕਿਸੇ ਦਾ ਕੋਈ ਮੇਰਾ ਬਾਬਾ ਨਾਨਕ, ਕਿਸੇ ਦਾ ਕੋਈ ਮੇਰਾ ਬਾਬਾ। ਇਹ ਨਾ ਸ਼ਬਦ ਬੜੀ ਲੰਬੀ ਤਰਜ਼ ਵਿੱਚ ਪੜ੍ਹਿਆ ਕਰਦਾ ਸੀ। ਫਿਰ ਕਲਗੀਆਂ ਵਾਲੇ ਪਾਤਸ਼ਾਹ ਦਾ ਜਦੋਂ ਗੁਰਪੁਰਬ ਆਉਣਾ ਉਹਨੇ ਆਖਣਾ ਕਿਸੇ ਦਾ ਕੋਈ ਮੇਰਾ ਬਾਜਾਂ ਵਾਲਾ ਜੀ। ਅਤੇ ਫਿਰ ਉਹਨੇ ਇਹ ਸ਼ਬਦ ਮੈਨੂੰ ਬੜਾ ਉਹਦਾ ਪਿਆਰਾ ਲੱਗਦਾ ਸੀ, ਕਲਗੀਆਂ ਵਾਲੇ ਪਾਤਸ਼ਾਹ ਤੂੰ ਜੋਤ ਅਗੰਮੀ, ਤੇਰੇ ਵਰਗਾ ਪੁੱਤਰ ਕੋਈ ਮਾਂ ਅਜੇ ਤੱਕ ਜੰਮ ਨਾ ਸਕੀ। ਉਹ ਮੈਨੂੰ ਤਾਂ ਆਉਂਦਾ ਨਹੀਂ, ਮੈਂ ਤਾਂ ਉਹਦੀ ਤਰਜ਼ 'ਤੇ ਨਹੀਂ ਇੱਥੋਂ ਤੱਕ ਜਾ ਸਕਦਾ, ਪਰ ਉਹਦੇ ਗੁਣ ਸੀਗਾ, ਇਹ ਕੁਦਰਤ ਨੇ ਗੁਣ ਭਰਿਆ ਸੀ। ਫਿਰ ਇਹ ਸੰਘਰਸ਼ ਤੋਂ ਜਾਣ 'ਤੇ 3 ਦਿਨ ਪਹਿਲਾਂ ਸਾਡੇ ਭੈਣ ਜੀ ਨੇ, ਬਾਬਾ ਜੀ ਦੀ ਭੈਣ ਹੈ ਸਾਡੇ, ਆਪਣੀ ਭੈਣ ਜੀ ਇਸ ਪਿੰਡ ਦੇ, ਉਹਨਾਂ ਨੂੰ ਬੇਨਤੀ ਕੀਤੀ, ਭੈਣ ਜੀ ਗੁਰਦੁਆਰਾ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰੀਏ, ਗੁਰੂ ਸਾਹਿਬ ਬਾਰੇ ਅਰਦਾਸ ਕਰੀਏ, ਕੀਰਤਨ ਕਰੀਏ। ਇਹਨੇ ਫਿਰ ਚਾਹ ਦਾ ਲੰਗਰ ਵੀ ਸਾਰਾ ਅਰੇਂਜਮੈਂਟ ਕਰਕੇ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ। ਉਹ ਪਤਾ ਨਹੀਂ ਗੁਰੂ ਸਾਹਿਬ ਕੋਲ ਸੇਵਾ ਲੈ ਰਿਹਾ ਸੀਗਾ। ਮੈਨੂੰ ਜਦੋਂ ਉਹ ਵੀ ਮਹਾਰਾਜ ਤੈਨੂੰ ਚਰਨਾਂ 'ਚ ਨਿਵਾਸ ਦੇਣਾ ਸੀ ਜਾਂ ਤੈਨੂੰ ਜਗ੍ਹਾ ਦੇਣ ਵਾਸਤੇ ਤੇਰੇ ਕੋਈ ਸੇਵਾ ਲੈ ਰਿਹਾ ਸੀਗਾ। ਸੁਖਮਨੀ ਸਾਹਿਬ ਦਾ ਭੈਣਾਂ ਨੇ ਬੜੇ ਪਿਆਰ ਨਾਲ ਪਾਠ ਕੀਤਾ। ਫਿਰ ਉਸ ਤੋਂ ਬਾਅਦ
ਚਾਰਾ ਲੰਗਰ ਚੱਲਿਆ, ਦੇਗ ਵਰਤਾਏਗੀ। ਫਿਰ ਜਿੱਦਣ ਉਹ ਜਾਂਦਾ ਵਾ ਉਦਣ ਵੀ ਜਦੋਂ ਉਹਨਾਂ ਬੰਦਿਆਂ ਸ਼ਾਮੀ ਜਵਾਬ ਦਿੱਤਾ ਤੇ ਬੜਾ ਮਨ ਤੇ ਟੈਨਸ਼ਨ ਪੈ ਗਈ। ਰਾਤ ਸੁੱਤਾ ਨਹੀਂ। ਇਹਨੇ ਸਪੀਕਰ ਦੇ ਵਿੱਚ ਇਹ ਗੱਲਾਂ ਕਹੀਆਂ ਕਿ ਮੈਂ ਸਾਰੀ ਰਾਤ ਜਿਹੜਾ ਟੈਨਸ਼ਨ ਰਿਹਾ, ਮੇਰੇ ਵੱਸ ਦੀ ਗੱਲ ਨਹੀਂ, ਜੋ ਕੁਛ ਮੇਰੇ ਨਾਲ ਕੀਤਾ ਨਾ ਮਾੜਾ ਕੀਤਾ। ਉਹਨੇ ਸਪਸ਼ਟ ਰੂਪ ਵਿੱਚ ਕਿਹਾ। ਕੋਈ ਕਿਸੇ ਤੋਂ ਡਰਦਾ ਨਹੀਂ ਸੀ, ਸੱਚਾਈ ਬੋਲਣ ਤੋਂ ਨਹੀਂ ਸੀ ਡਰਦਾ, ਹੋਰ ਉਹਨੂੰ ਡਰ ਬਲਕਿ ਪਾਏ ਡਰ ਜੇ। ਪਰ ਸੱਚਾਈ ਜੋ ਉਹਦੇ ਮੂੰਹ 'ਤੇ ਉਹਨੇ ਤੁਹਾਡੇ ਮੇਰੇ ਪਿਓ ਦੇ ਮੂੰਹ 'ਤੇ ਵੀ ਕਹਿ ਰਹੇ ਵੀ ਪਿਓ ਤੂੰ ਗਲਤ ਆ, ਇਹ ਉਹ 'ਚ ਗੁਣ ਸੀਗਾ। ਇੱਥੇ ਫਿਰ ਬੋਲ ਕੇ ਉਹਨੇ ਜਦੋਂ ਗਿਆ ਵਾ ਤੇ ਵੀ ਲੋਕੋ ਤੁਸੀਂ ਚੰਗਾ ਨਹੀਂ ਕਰਦੇ, ਮਨ 'ਤੇ ਬੋਝ ਵਰ ਗਿਆ। ਸਭ ਤੋਂ ਪਹਿਲਾਂ 3:30 ਵਜੇ ਕੇਸੀ ਇਸ਼ਨਾਨ ਕੀਤਾ। ਉਹ ਗੁਰੂ ਸਾਹਿਬ ਖਰੇ ਉਹਦੇ ਜਗ੍ਹਾ ਬਣਾਉਣ ਡੇ ਸੀ। ਕੇਸੀ ਇਸ਼ਨਾਨ ਕਰਨ ਤੋਂ ਬਾਅਦ ਗੁਰੂ ਸਾਹਿਬ ਨੂੰ ਮੱਥਾ ਟੇਕਿਆ, ਬਾਬਾ ਜੀ ਕੋ ਦੇਗ ਲਈ ਆ, ਦੇਗ ਲੈ ਕੇ ਲੌਸਮੈਂਟ ਕਰਨ ਡਿਆ ਪਿਆ, ਪਿੰਡ ਨੂੰ ਜਗਾਉਣ ਡਿਆ ਪਿਆ। ਫਿਰ ਪਤਾ ਨਹੀਂ ਉਹਦੇ ਮਨ 'ਤੇ ਕੀ ਬੋਝ ਸਦਮਾ, ਇਹ ਕਿਸਾਨੀ ਸੰਘਰਸ਼ ਦਾ ਵੀ ਇੱਕ ਸਰਕਾਰ ਨੇ ਪਤਾ ਨਹੀਂ ਸਾਡੇ ਨਾਲ ਕੀ ਕਰਨਾ ਤੇ ਕੀ ਨਹੀਂ ਕਰਨਾ। ਪਰ ਇਹ ਕਿਸਾਨ ਜਿਹੜੀ ਆ ਬੜੀ ਅੜੀਅਲ ਕਿਸਾਨ ਆ। ਸਾਡੇ ਬੜੇ ਵੀਰ ਅੱਗੇ ਜਾਨਾਂ ਦੇ ਚੁੱਕੇ ਹਨ। ਸਾਡੀ ਕੌਮ ਦਾ, ਸਾਡੇ ਕਿਸਾਨਾਂ ਦਾ ਬੜਾ ਨੁਕਸਾਨ ਹੋ ਰਿਹਾ ਹੈ। ਇਸ ਸੰਘਰਸ਼ ਦੇ ਸਦਮੇ ਦੇ ਵਿੱਚ ਫਿਰ ਉਹਦੇ ਮਨ 'ਤੇ ਬੋਝ ਪਿਆ, ਜਿਹਨੂੰ ਨਾ ਚੱਲਦਾ ਹੋਇਆ ਆਪਣਾ ਦਮ ਤੋੜ ਗਿਆ। ਸੋ ਇਹਦਾ ਮੈਨੂੰ ਦੁੱਖ ਤਾਂ ਨਹੀਂ ਭੁੱਲਦਾ, ਪਰ ਇੱਥੇ ਮੈਂ ਇਸ ਗੱਲ ਦੀ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਕਿ ਇਹ ਸੇਵਾ ਉਹਦੇ ਕੋਲ ਗੁਰੂ ਸਾਹਿਬ ਨੇ ਲਈ ਹੈ। ਕਿੰਨੀ ਕੁ ਜ਼ਮੀਨ ਹੈ ਜੀ ਤੁਹਾਡੇ ਕੋਲ? ਮੇਰੇ ਕੋਲ 3.5 ਏਕੜ ਜ਼ਮੀਨ ਹੈ ਟੋਲ ਦੀ। ਮੇਰੇ ਕੋਈ ਕਰਜ਼ਾ, ਕੋਈ ਲਿਮਟ? ਮੇਰੇ ਸਿਰ 'ਤੇ ਹੈ 4 ਲੱਖ ਦਾ ਕਰਜ਼ਾ ਜੀ, ਮੇਰੇ ਆਪਣੇ ਸਿਰ 'ਤੇ, ਉਹਦੇ ਸਿਰ 'ਤੇ ਕੋਈ ਨਹੀਂ ਗਾ। ਅੱਛਾ, ਉਹ ਅਲੱਗ ਰਹਿੰਦਾ ਸੀ ਤੁਹਾਡੇ ਕੋਲ ਵਿੱਚੇ ਪਰਿਵਾਰ ਇਕੱਠਾ ਹੀ ਇਕੱਠਾ ਹੀ ਸੀ। ਸੀਗਾ, ਪਰ ਮੈਂ ਵੱਡਾ ਸੀਗਾ, ਮੇਰੇ ਨਾਂ 'ਤੇ ਲਿਮਟ, ਮੇਰੇ ਨਾਲ ਹੀ ਪੈੜੀ, ਮੇਰੇ ਨਾਲ ਸਾਰਾ ਕੁਝ। ਵਜੇ ਵੰਡਿਆ ਕੀ ਸੀਗਾ, ਵੰਡਣਾ ਕਿਹਦੇ ਕੋਲ ਸੀਗਾ, ਇਕੱਲਾ ਹੀ ਪੁੱਤ ਸੀ, ਇਕੱਲਾ ਹੀ ਸਭ ਕੁਝ ਉਹਦਾ ਹੀ ਆ। ਤੇ ਇਸ ਕਰਕੇ ਆਪਾਂ ਵੰਡਦੇ ਤਾਂ ਤੇ ਜੇ ਕੋਈ 2-4 ਬੱਚੇ ਹੁੰਦੇ, ਇਕੱਲਾ ਹੀ ਬੇਟਾ ਸੀ, ਸਭ ਕੁਝ ਆਈ ਉਹਦਾ ਸੀਗਾ। ਪਰ ਜੇ ਕੋਈ ਜ਼ਿੰਮੇਵਾਰੀਆਂ ਮੇਰੇ ਸਿਰ 'ਤੇ ਪਈਆਂ ਸੀ, ਲਿਮਟ ਬਣਾਏ ਜਾਂ ਕੋਈ ਵੀ ਕਾਰੋਬਾਰ ਕੀਤਾ, ਉਹ ਬਸ ਮੇਰੇ ਸਿਰ, ਉਹਦੇ ਸਿਰ 'ਤੇ ਕੋਈ ਕਰਜ਼ਾ ਨਹੀਂ ਸੀ। ਕੀ ਲੱਗਦਾ ਤੁਹਾਨੂੰ ਹੁਣ, ਕਿਉਂਕਿ ਅਜੇ ਹੁਣੇ ਅਰਦਾਸ ਕਰਕੇ ਹਟੇ ਆ ਪਰਵਿੰਦਰ ਸਿੰਘ ਦੀ ਅੰਤਮ ਅਰਦਾਸ, ਤੇ ਕੀ ਲੱਗਦਾ ਸਰਕਾਰ ਅਜੇ ਕਿੰਨੀਆਂ ਕੁ ਹੋਰ ਲਾਸ਼ਾਂ ਗਿਣਨਾ ਚਾਹੁੰਦੀ ਆ? ਹੁਣ ਤੋਂ 250 ਦੇ ਲਗਭਗ ਗਿਣਤੀ ਹੋ ਗਈ ਆ ਹੁਣ ਤੱਕ, ਜਿਹੜੇ ਕਿਸਾਨ ਜਿਹੜੇ ਆ ਇਸ ਅੰਦੋਲਨ 'ਚ ਯੋਗਦਾਨ ਪਾਉਂਦੇ ਜਿਹੜੇ ਆ ਉਹ ਇਸ ਦੁਨੀਆ ਤੋਂ ਜਾ ਚੁੱਕੇ ਆ। ਬੜਾ ਦੁੱਖ ਹੁੰਦਾ ਵਾ ਇਸ ਕਰਕੇ, ਜਿਸ ਕਿਸੇ ਭੈਣ ਦਾ ਵੀਰ ਚਲਾ ਜਾਂਦਾ, ਕਿਸੇ ਮਾਂ ਦਾ ਪੁੱਤ ਚਲਾ ਜਾਂਦਾ ਵਾ, ਕਿਸੇ ਬਾਪ ਦਾ ਬੇਟਾ ਚਲਾ ਜਾਂਦਾ ਹੈ। ਸੰਘਰਸ਼ ਦੇ ਵਿੱਚ ਬਾਪ ਬਜ਼ੁਰਗ ਹੁੰਦਾ ਵਾ ਤੇ ਮੋਢਿਆਂ 'ਤੇ ਭਾਰ ਆਉਣ ਪੈਂਦਾ ਵਾ। ਪਰ ਮੋਦੀ ਸਰਕਾਰ ਨੂੰ ਪਤਾ ਨਹੀਂ ਕਦੋਂ ਸ਼ਰਮ ਆਏਗੀ, ਕਦੋਂ ਇਹ ਇਹਦੀ ਅਣਖ ਜਾਗੇਗੀ, ਕਦੋਂ ਇਹਦੀ ਆਤਮਾ ਜਾਗੇਗੀ। ਸੁੱਤੀ ਹੋਈ ਆਤਮਾ ਨੂੰ ਇਹ ਕਿਸਾਨ ਹੀ ਜਗਾ ਰਿਹਾ ਵਾ। ਇਹ ਕਿਸਾਨ ਵੀਰ ਹੀ ਜਾ ਕੇ ਸੰਘਰਸ਼ ਕਰ ਰਹੇ, ਇਹਨਾਂ ਮੋਰਚਾ ਲਾ ਰਹੇ ਨੇ। ਇਹਦੇ ਵਿੱਚ ਮੈਂ ਉਹਨਾਂ ਕਿਸਾਨਾਂ ਨੂੰ, ਉਹਨਾਂ ਵੀਰਾਂ ਨੂੰ ਸਲਾਮ ਕਰਨਾ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਵਾਸਤੇ ਸੋਚ ਰਹੇ ਹਨ, ਉਹਦੇ ਵਾਸਤੇ ਸੰਘਰਸ਼ ਕਰ ਰਹੇ ਹਨ। ਰੋਜੀ ਰੋਟੀ ਦਾ ਮਸਲਾ ਹੈ, ਤਾਂ ਕਿ ਮੋਦੀ ਜਿਹੜਾ ਸਾਡੇ ਬੱਚਿਆਂ ਦੀ ਰੋਟੀ ਖੋਹ ਰਿਹਾ ਹੈ, ਇਸ ਕਰਕੇ ਇਸ ਬੱਚੇ ਦੇ ਵੀ ਮਨ ਦੇ ਵਿੱਚ ਹੈ ਵੀ ਕੱਲ੍ਹ ਨੂੰ ਸਾਡੇ ਆਉਣ ਵਾਲੇ ਬੱਚੇ ਕੀ ਕਰਨਗੇ। ਸੋ ਮੈਂ ਇਹ ਬੇਨਤੀ ਕਰਨਾ ਅਕਾਲ ਪੁਰਖ ਸੱਚੇ ਪਾਤਸ਼ਾਹ ਇਸ ਸਰਕਾਰ ਨੂੰ ਸਮਤ ਬਖਸ਼ੇ ਅਤੇ ਤਾਂ ਕਿ ਅੱਗੇ ਤੋਂ ਇਹੋ ਜਿਹੀਆਂ ਕੀਮਤੀ ਜਾਨਾਂ ਨਾ ਜਾਣ। ਬਹੁਤ ਸ਼ੁਕਰੀਆ ਜੀ ਸਰਦਾਰ ਅਜੀਤ ਸਿੰਘ, ਜੋ ਕਿ ਪਰਵਿੰਦਰ ਸਿੰਘ ਦੇ ਪਿਤਾ ਜੀ ਸਨ। ਬੇਸ਼ੱਕ ਇਕਲੌਤਾ ਪੁੱਤਰ ਜਿਹੜਾ ਇਸ ਦੁਨੀਆ ਤੋਂ ਜਾ ਚੁੱਕਾ ਹੈ, ਪਰ ਹੌਸਲੇ ਬੁਲੰਦ ਨੇ। ਜਜ਼ਬਾ ਇਹ ਗੱਲ ਕਹਿੰਦਾ ਵੀ ਇਹ ਸੰਘਰਸ਼ ਜਾਰੀ ਰਹੇਗਾ ਤੇ ਇਹ ਕਾਨੂੰਨ ਜਿਹੜੇ ਆ ਵਾਪਸ ਹੋਣੇ ਚਾਹੀਦੇ ਆ। ਔਰ ਕਿਤੇ ਨਾ ਕਿਤੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਇਸ ਸਰਕਾਰ ਦੀ ਸੁੱਤੀ ਹੋਈ ਆਤਮਾ ਜਾਗੇ ਤੇ ਉਹ ਜਿਹੜਾ ਸਹੀ ਫੈਸਲਾ ਕਰੇ। ਪਰਵਿੰਦਰ ਸਿੰਘ ਦੇ ਭੈਣ ਜੀ ਨੇ ਬਲਜਿੰਦਰ ਕੌਰ, ਔਰ ਇਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਇਕਲੌਤਾ ਭਰਾ ਇਸ ਦੁਨੀਆ ਦੇ ਉੱਤੇ ਨਹੀਂ ਰਿਹਾ। ਤੇ ਇਸ ਗੱਲ ਦਾ ਵੀ ਇੱਕ ਵੀਰ ਰਹੀ ਦਈ ਵੇ ਰੱਬਾ ਮੇਰੀ ਸਾਰੀ ਉਮਰ ਦੇ ਪੇਕੇ ਵਾਲੀ ਗੱਲ ਬੜੀ ਜੱਗ ਜਾ ਰਿਹਾ ਤੇ ਬੜੀ ਅਕਸਰ ਕਈ ਸੁਣੀ ਜਾਂਦੀ ਆ। ਭੈਣ ਜੀ ਬਲਜਿੰਦਰ ਕੌਰ ਜੀ, ਬੜਾ ਵੱਡਾ ਦੁੱਖ ਆ ਕਿ ਤੁਹਾਡਾ ਇਕਲੌਤਾ ਭਰਾ ਜਿਹੜਾ ਇਸ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਯੋਗਦਾਨ ਪਾਉਂਦਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਅਸੀਂ ਤੁਹਾਡੇ ਦੁੱਖ 'ਚ ਸ਼ਰੀਕ ਹਾਂ, ਕੀ ਕਹਿਣਾ ਚਾਹੋਗੇ? ਵੀਰ ਜੀ, ਮੈਂ ਪਿਛਲੇ ਐਤਵਾਰ ਉਹਨੂੰ ਮਿਲ ਕੇ ਗਈ ਹਾਂ ਤੇ ਮੇਰੇ ਨਾਲ ਸੰਘਰਸ਼ ਦੀਆਂ ਗੱਲਾਂ ਕਰਦਾ ਰਿਹਾ ਤੇ ਮੈਂ ਵੀ ਹੁਣ ਉੱਥੇ ਸੰਘਰਸ਼ ਚੱਲਦਾ, ਹਰ ਘਰ 'ਚ ਤਾਂ ਪਤਾ ਹੀ ਹੈ ਕਿ ਸੰਘਰਸ਼ ਚੱਲਦਾ ਵਾ। ਮੈਂ ਵੀ ਲਾਈਵ ਉਹਨਾਂ ਦਾ ਉੱਥੋਂ ਸੰਘੂ ਬਾਰਡਰ ਤੋਂ ਜਿਹੜਾ ਲਾਈਵ ਉਹਨਾਂ ਦਾ ਪ੍ਰੋਗਰਾਮ ਦੇਖਦੀ ਰਹਿੰਦੀ ਸੀ। ਜਦੋਂ ਵੀ ਡਿਊਟੀ ਤੋਂ ਆਉਣਾ ਤੇ ਮੈਂ ਆਣ ਕੇ ਉਹੀ ਲਾਈਵ ਲਾ ਕੇ ਬਹਿ ਜਾਣਾ। ਤੇ ਮੇਰੇ ਨਾਲ 1-2 ਵਾਰੀ ਉਹਨੇ ਇਹ ਗੱਲਾਂ ਕੀਤੀਆਂ, ਕਹਿੰਦੇ ਲੋਕੀ ਤੁਰਦੇ ਨਹੀਂ, ਸਾਨੂੰ ਤੁਰਨਾ ਚਾਹੀਦਾ ਕਿਉਂਕਿ ਸਾਰਿਆਂ ਦਾ ਸਾਂਝਾ ਕੰਮ ਆ, ਜੇ ਉੱਥੇ ਜਾਵਾਂਗੇ ਤਾਂ ਆਪਣਾ ਮਸਲਾ ਹੱਲ ਬਣਨਾ। ਤੇ ਮੈਂ ਕਿਹਾ ਵੀ ਪਿੰਡ ਵਿੱਚ ਵੇਖ ਲੈ, ਜੇ ਜਾਂਦੇ ਆ ਠੀਕ ਹੈ, ਤੇ ਪਰ ਇੱਕ ਦਿਨ ਟਰਾਲੀ ਲੈ ਕੇ 26 ਜਨਵਰੀ ਨੂੰ ਚਲਾ ਗਿਆ ਵਾ, 23 ਜਨਵਰੀ ਨੂੰ ਇੱਥੋਂ ਗਿਆ ਵਾ, 26 ਨੂੰ ਉੱਥੇ ਹੀ ਆ ਤੇ 29 ਨੂੰ ਵਾਪਸ ਆਉਂਦਾ ਵਾ। 26 ਨੂੰ ਉੱਥੇ ਅਸੀਂ ਫੋਨ ਕਰਦੀਆਂ ਵਾ ਵੀ ਪਤਾ ਹੀ ਹੈ, ਜਦੋਂ ਭਰਾ ਇਕੱਲਾ ਹੋਵੇ ਤੇ ਫਿਰ ਚਿੰਤਾ ਵੀ ਹੁੰਦੀ ਆ ਤੇ ਫੋਨ ਨਹੀਂ ਮਿਲਦਾ ਪਿਆ। ਫਿਰ ਮੈਂ ਆਪਣੇ ਭਤੀਜੇ ਨੂੰ ਕਿਹਾ, ਮੈਂ ਕਿਹਾ ਅਨਮੋਲ, ਮੈਨੂੰ ਜਦੋਂ ਵੀ ਪਾਪਾ ਦਾ ਫੋਨ ਆਉਂਦਾ ਮੈਨੂੰ ਦੱਸਦੀ ਕਿ ਉਹ ਠੀਕ ਠਾਕ ਆ। ਤੇ ਫਿਰ ਇਹਨੇ ਅਗਲੇ ਦਿਨ ਦੱਸਿਆ, ਕਹਿੰਦਾ ਮੰਮੀ ਭੂਆ ਜੀ ਪਾਪਾ ਦਾ ਫੋਨ ਆਇਆ, ਠੀਕ ਠਾਕ ਨੇ
ਤੇ ਉਸ ਤੋਂ ਬਾਅਦ ਫਿਰ ਉਹਨੂੰ ਜਿਸ ਤਰ੍ਹਾਂ ਉਹੀ ਉਹਦੇ ਦਿਮਾਗ ਤੇ ਸੀ ਕਿ ਸਾਨੂੰ ਜਾਣਾ ਚਾਹੀਦਾ ਵਾ। ਤੇ ਮੈਂ ਐਤਵਾਰ ਆਈ ਹਾਂ, ਮੇਰੇ ਨਾਲ ਬੈਠਾ ਜਥੇਬੰਦੀਆਂ ਦੀਆਂ ਗੱਲਾਂ ਕਰਦਾ ਵਾ। ਫਿਰ ਉਹ ਦੱਸਦਾ ਮੈਨੂੰ ਪਿਆ ਆ ਵੀਡੀਓ ਆਈਆਂ ਨੇ, ਮੈਂ ਦੇਖੀਆਂ ਸਾਰੀਆਂ ਤੇ ਮੈਂ ਕਿਹਾ ਮੈਂ ਵੀ ਲਾਡੇ ਸਾਰੀਆਂ ਸੁਣੀਆਂ ਨੇ। ਤੇ ਉਸ ਤੋਂ ਬਾਅਦ ਮੈਂ ਚਲੀ ਗਈ ਹਾਂ ਤੇ ਅਗਲੇ ਐਤਵਾਰ ਸ਼ਨੀਵਾਰ ਮੈਨੂੰ ਫੋਨ ਕਰਦਾ ਕਿ ਰਾਤੀ ਭੁਚਾਲ ਆਇਆ ਵਾ ਤੇ ਸਵੇਰੇ ਐਤਵਾਰ ਮੈਨੂੰ ਫੋਨ ਜਾਂਦਾ ਕਿ ਉਹ ਇਸ ਤਰ੍ਹਾਂ ਹੋ ਗਿਆ ਵਾ। ਕਿਤੇ ਨਾ ਕਿਤੇ ਲੱਗਦਾ ਕਿ ਪਿੰਡ ਵਾਲਿਆਂ ਨੂੰ ਅਪੀਲ ਕਰ ਰਿਹਾ ਸੀ, ਉਹਨਾਂ ਨੂੰ ਕਹਿ ਰਿਹਾ ਸੀ ਵੀ ਅਸੀਂ ਚੱਲੀਏ, ਕਿਉਂਕਿ ਲੜਾਈ ਉਹਦੀ ਇਕੱਲੇ ਦੀ ਨਹੀਂ ਸੀ ਤੇ ਪਿੰਡ ਵਾਲਿਆਂ ਨੂੰ ਸਾਥ ਦੇਣਾ ਚਾਹੀਦਾ ਸੀ। ਜਿਵੇਂ ਅੱਜ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੋਲਦਿਆਂ ਵੀ ਇਹ ਗੱਲ ਕਹੀ ਹੈ ਕਿ ਹੁਣ ਵੀ ਜਾਇਓ, ਕਮ ਸੇ ਕਮ ਉਹਦੀ ਕੁਰਬਾਨੀ ਨੂੰ ਜਾਇਆ ਨਾ ਜਾਣ ਦਿਓ। ਉਦੋਂ ਜੇ ਤੁਹਾਡੇ ਮਨ 'ਚ ਕੋਈ ਦੁੱਖ ਰੋਸ ਹੈ ਤੇ ਜ਼ਰੂਰ ਜਾਇਓ। ਕੀ ਲੱਗਦਾ ਪਿੰਡ ਵਾਲੇ ਤੁਰਨਗੇ ਹੁਣ ਜੀ? ਦੇਖੋ ਜੀ ਇਹ ਤਾਂ ਹੁਣ ਵੈਸੇ ਨਹੀਂ ਤੁਰੇ ਤੇ ਹੈਗੇ ਸੀਗੇ ਜਿਹੜੇ ਕੁਛ ਬੰਦੇ, ਸਾਰੇ ਨਹੀਂ ਇਹ ਵੀ ਮਨਾ ਕਰਕੇ ਕੁਛ ਬੰਦੇ ਤੁਰੇ ਸੀਗੇ ਉਹਦੇ ਨਾਲ। ਮਤਲਬ ਜਿਹੜਾ ਮੇਨ ਬੰਦਾ ਸੀ ਨਾ ਜਿਹਨੇ ਵਿੱਚ ਸਾਰਾ ਅੱਗੇ ਹੋ ਕੇ ਪ੍ਰੋਗਰਾਮ ਲੀਕਿਆ ਸੀ, ਉਹਨੇ ਜਿਹੜੇ ਕੁਛ ਬੰਦੇ ਕੋਈ ਬਾਹਰੋਂ ਸੀ ਨਾਲ ਦੇ ਪਿੰਡ ਦੇ, ਉਹ ਕਹਿੰਦੇ ਅਸੀਂ ਜਾਵਾਂਗੇ ਨਾਲ ਤੁਹਾਡੀ ਟਰਾਲੀ ਤੇ ਕਹਿੰਦਾ ਕਿ ਨਹੀਂ ਉਹਨਾਂ ਨੂੰ ਨਹੀਂ ਖੜਨਾ। ਤੇ ਜਦੋਂ ਉਹਨੇ ਇਹ ਗੱਲ ਕਹਿਤੀ ਕਿ ਮੈਂ ਇੱਥੇ ਹੀ ਨਹੀਂਗਾ ਤੇ ਮੈਂ ਵੀ ਕਿਤੇ ਗਿਆ ਹੋਇਆ ਵਾਂ ਤੇ ਇਹਦੇ ਉਹ ਫੋਨ ਜਿਹੜੇ ਬੰਦੇ ਨੂੰ ਕੀਤਾ ਉਹ ਫੋਨ ਇਹਨੂੰ ਕਰ ਰਿਹਾ ਤੇ ਉਹ ਬੰਦਾ ਇਹਦੇ ਅੱਗੇ ਜਾ ਰਿਹਾ ਸੀਗਾ। ਕਹਿੰਦਾ ਚਾਚਾ ਜੀ ਤੂੰ ਕਹਿੰਦਾ ਉਹ ਇੱਥੇ ਨਹੀਂ, ਉਹ ਤੇ ਉਹ ਜਾਣ ਡਿਆ ਮੇਰੇ ਅੱਗੇ। ਉਹ ਜਿਸ ਤਰ੍ਹਾਂ ਦਿਮਾਗ ਤੇ ਇੱਕਦਮ ਪ੍ਰੈਸ਼ਰ ਪੈ ਗਿਆ ਕਿ ਇੱਕ ਇਹ ਜਾ ਨਹੀਂ ਰਿਹਾ, ਇੱਕ ਇਹ ਝੂਠ ਬੋਲ ਰਿਹਾ ਵਾ। ਤੇ ਉਹਨੇ ਆਣ ਕੇ ਗੁੱਸੇ 'ਚ ਅਨਾਉਂਸਮੈਂਟ ਕੀਤੀ ਆ ਵੀ ਇਹ ਬੰਦੇ ਜਿਹੜੇ ਆ ਵੀ ਇਹ ਦੋਗਲਾਪਨ ਕਿਉਂ ਦਿਖਾਉਂਦੇ ਆ, ਵੀ ਜੇ ਜਾਣਾ ਵਾ ਤੇ ਸਾਨੂੰ ਉੱਧਰ ਜਾਣਾ ਚਾਹੀਦਾ ਵਾ। ਇਹ ਕਿਹੜਾ ਮੇਰੇ ਇਕੱਲੇ ਦਾ ਮਸਲਾ, ਮੇਰੇ ਘਰ ਦਾ ਵਾ, ਇਹ ਸਾਰੀ ਦੁਨੀਆ ਦਾ ਮਸਲਾ ਵਾ, ਸਾਡਾ ਸਾਰੇ ਕਿਸਾਨਾਂ ਦਾ ਵਾ, ਸਾਰੇ ਮਜ਼ਦੂਰਾਂ ਦਾ ਵਾ ਤੇ ਸਾਨੂੰ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਵਾ। ਉਹ ਜਿਸ ਤਰ੍ਹਾਂ ਉਹ ਜਾ ਕੇ ਦਿਮਾਗ ਤੇ ਉਹਦੇ ਪ੍ਰੈਸ਼ਰ ਪੈ ਗਿਆ ਤੇ ਉਹਨੂੰ ਮਤਲਬ ਆਪਣਾ ਸੁੱਧ ਬੁੱਧ ਹੀ ਨਹੀਂ ਰਹੀ ਕਿ ਮੈਂ ਮੁੜਨਾ ਕਿੱਧਰ ਨੂੰ ਆ। ਉਹਦੇ ਨਾਲ ਹੀ ਉਹਦਾ ਹਵੇਲੀ 'ਚ ਰਹਿੰਦਾ ਸੀ, ਉਹਦੇ ਨਾਲ ਹਵੇਲੀ ਹੈ ਸਾਡੀ, ਤੇ ਉਧਰ ਨੂੰ ਨਹੀਂ ਮੁੜਿਆ ਤੇ ਉਹ ਮੜੀਆਂ ਵਾਲੇ ਪਾਸੇ ਹੋ ਗਿਆ। ਜਦੋਂ ਉੱਥੇ ਗਿਆ ਤਾਂ ਉਹਨੂੰ ਜਿਸ ਤਰ੍ਹਾਂ ਘਬਰਾਹਟ ਮਹਿਸੂਸ ਹੋਈ ਆ, ਪਤਾ ਨਹੀਂ ਪਾਣੀ ਪੀਣ ਲੱਗਾ ਵਾ ਉੱਥੋਂ ਕੀ ਹੋਇਆ ਤੇ ਉੱਥੇ ਡਿੱਗ ਪਿਆ ਵਾ। ਕਿਸੇ ਵੇਲੇ ਆਪਣੇ ਸੰਗੀਆਂ ਸਾਥੀਆਂ ਤੇ ਕੀਤਾ ਭਰੋਸਾ ਜਦੋਂ ਟੁੱਟਦਾ ਤੇ ਉਹ ਕਿਸੇ ਲਈ ਕਿੱਡਾ ਵੱਡਾ ਜਾਨਲੇਵਾ ਹੋ ਸਕਦਾ। ਇਸ ਗੱਲ ਦੀ ਇਹ ਮਿਸਾਲ ਹੈ ਸ਼ਹੀਦ ਕਿਸਾਨ ਪਰਵਿੰਦਰ ਸਿੰਘ। ਵੀਰ ਪਰਵਿੰਦਰ ਸਿੰਘ ਸਨ ਆਫ ਅਜੀਤ ਸਿੰਘ, ਪਿੰਡ ਗਵਾਰਾ, ਜ਼ਿਲ੍ਹਾ ਗੁਰਦਾਸਪੁਰ ਦਾ ਇਹ ਨੌਜਵਾਨ ਜਿਹਦੀ ਸ਼ਹਾਦਤ ਇੱਕ ਬੜੀ ਵਿਲੱਖਣ ਤਰੀਕੇ ਨਾਲ ਹੋਈ ਹੈ। ਪਰ ਜੇ ਕਿਸੇ ਨੂੰ ਭਰੋਸਾ ਦਿਵਾਉਂਦੇ ਹੋ, ਕਿਸੇ ਨੂੰ ਕੁਛ ਗੱਲ ਕਰਦੇ ਹੋ, ਕੋਈ ਵਾਅਦਾ ਕਰਦੇ ਹੋ ਤੇ ਉਹਦੇ ਤੇ ਨਿਭਣ ਦਾ ਯਤਨ ਕਰਿਆ ਕਰੋ। ਜਦੋਂ ਵਿਸ਼ਵਾਸ ਟੁੱਟਦਾ, ਭਰੋਸਾ ਟੁੱਟਦਾ ਤੇ ਉਹ ਕਿਸੇ ਲਈ ਕਿਸ ਤਰ੍ਹਾਂ ਜਾਨਲੇਵਾ ਹੋ ਸਕਦਾ, ਇਸ ਦੀ ਮਿਸਾਲ ਹੈ ਪਰਵਿੰਦਰ ਸਿੰਘ। ਫਿਰ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਭੈਣ ਜੀ ਸਾਡੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਜਿਹੜੀ ਹੈ ਉਹ ਤੁਹਾਡੇ ਪਰਿਵਾਰ ਦੇ ਨਾਲ ਆ। ਅੱਜ ਸੰਸਥਾ ਵੱਲੋਂ 50,000 ਰੁਪਏ ਦੀ ਸੇਵਾ ਵੀ ਜਿਹੜੀ ਆ ਉਹ ਦਿੱਤੀ ਗਈ, ਕਿਉਂਕਿ ਸਾਡੀ ਸੰਗਤ ਵੱਲੋਂ ਡਿਊਟੀ ਲੱਗੀ ਹੈ, ਅਸੀਂ ਨਿਭਾ ਰਹੇ ਹਾਂ। ਤੇ ਸਾਡੇ ਤਾਂ ਬਹੁਤ ਭੋਲੇ ਜੀ, ਉਹਨਾਂ ਨੂੰ ਤੇ ਵਿਚਾਰਿਆਂ ਨੂੰ ਕੁਛ ਨਹੀਂ ਪਤਾ ਹੈਗਾ। ਉਹਨਾਂ ਨੂੰ ਤਾਂ ਉਹ ਵਿਚਾਰੇ ਇੰਨੇ ਭੋਲੇ ਆ ਵੀ ਉਹਨਾਂ ਨੂੰ ਜੇ ਉਹਨੇ ਕਹਿਤਾ ਕਿ ਮੈਂ ਜਾਣਾ ਤਾਂ ਅਸੀਂ ਕਈ ਵਾਰੀ ਕਹਿਣਾ ਭਾਬੀ ਜੀ ਵੀ ਤੂੰ ਇਹਨੂੰ ਥੋੜ੍ਹਾ ਜਿਹਾ ਵੀ ਰੋਕਿਆ ਕਰ ਵੀ ਇਹ ਹਰ ਪਾਸੇ ਅੱਗੇ ਲੱਗਦਾ ਵਾ, ਤਾਂ ਉਹਨੇ ਕਹਿਣਾ ਕੋਈ ਨਹੀਂ ਦੀਦੀ, ਉਹ ਕਹਿੰਦੇ ਮੈਂ ਜਾਣਾ ਵਾ। ਮਤਲਬ ਉਹਨਾਂ ਨੇ ਉਹ ਬਹੁਤ ਭੋਲੇ ਨੇ, ਉਹ ਵੀ ਇੰਨਾ ਜ਼ਿਆਦਾ ਜਿੱਦਾਂ ਆਮ ਲੇਡੀ ਜੀ ਬਹੁਤ ਜ਼ਿਆਦਾ ਚੁਸਤ ਚਲਾਕ ਇੱਦਾਂ ਵੀ ਨਹੀਂ ਹੈਗੇ। ਉਹ ਬਹੁਤ ਬੱਚੇ ਵੀ ਅੱਗੇ ਬਹੁਤ ਨਾਈਸ ਆ, ਉਹ ਵੀ ਆਪਣੇ ਪਾਪਾ ਦੇ ਹਰ ਵੇਲੇ ਆਗਿਆਕਾਰ ਸੀ, ਸਾਡੇ ਵੀ ਆਗਿਆਕਾਰ ਨੇ। ਤੇ ਪਰ ਇਹੀ ਵੀ ਉਹਨਾਂ ਨੂੰ ਇਹ ਸਾਨੂੰ ਦੁੱਖ ਆ ਕਿ ਉਹ ਉੱਥੇ ਨਹੀਂ ਪਹੁੰਚ ਸਕਿਆ, ਉੱਥੇ ਜਾਂਦਾ ਤੇ ਉਹਦੀ ਸ਼ਹੀਦੀ ਤੇ ਮਾਣ ਵੀ ਹੈ ਸਾਨੂੰ ਕਿ ਉਹ ਚੰਗੇ ਪਾਸੇ ਆਪਣੀ ਜਿਹੜੀ ਉਹ ਜਾਨ ਦੇ ਗਿਆ। ਮਰ ਤੇ ਸਾਰਿਆਂ ਜਾਣਾ, ਅਸੀਂ ਵੀ ਜਾਣਾ, ਮਰ ਜਾਣਾ, ਪਰ ਇਹ ਵਾ ਵੀ ਚਲੋ ਉਹ ਚੰਗੇ ਪਾਸੇ ਪਰਿਵਾਰ ਦਾ ਵੀ ਨਾਂ ਰੋਸ਼ਨ ਕਰ ਗਿਆ, ਪਿੰਡ ਦਾ ਨਾਂ ਰੋਸ਼ਨ ਕਰ ਗਿਆ। ਉਹਦੀ ਸ਼ਹੀਦੀ ਨਾਲ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਇਲਾਕੇ ਨੂੰ ਵੀ ਆ, ਕਿਉਂਕਿ ਪ੍ਰਭਾਤ ਫੇਰੀਆਂ ਦਾ ਮੋਹਰੀ ਸੀ, ਹਰ ਸਮਾਜਿਕ ਸੇਵਾ ਜਿੰਨੀਆਂ ਵੀ ਚੱਲਦੀਆਂ ਸੀ ਉਹਨਾਂ ਦਾ ਮੋਹਰੀ ਸੀ। ਜਿੱਥੇ ਕੋਈ ਵੀ ਕੰਮ ਨਾ ਕਿਸੇ ਨੇ ਕਹਿਣਾ, ਕੋਈ ਲੱਤ ਅੜਾਉਣੀ ਤੇ ਮੋਹਰੇ ਹੋ ਕੇ ਅੜ ਜਾਣਾ, ਆਓ ਮੈਨੂੰ ਡੱਕੋ ਆਹ ਕੰਮ ਜਿਹੜਾ ਜੇ ਗੁਰਦੁਆਰਾ ਸਾਹਿਬ ਦਾ ਲੈਂਟਰ ਪਾਉਣਾ ਤੇ ਤਾਂ ਉਹਨੇ ਅੱਗੇ ਹੋ ਕੇ ਸਭ ਤੋਂ ਜ਼ਿਆਦਾ ਪਹਿਲਾ ਕੰਮ ਕੀਤਾ, ਆਪਣੇ ਟਰੈਕਟਰ ਟਰਾਲੀਆਂ ਲਾ ਕੇ ਤੇ ਫ੍ਰੀ ਸੇਵਾ ਕੀਤੀ। ਤੇ ਮਤਲਬ ਇਹ ਨਹੀਂ ਸੀ, ਕੋਈ ਲਾਲਚ ਨਹੀਂ ਸੀ ਉਹਨੂੰ, ਕੋਈ ਪ੍ਰਧਾਨਗੀ ਦਾ ਨਹੀਂ ਸੀ ਲਾਲਚ, ਕੋਈ ਉਹਨੂੰ ਮੈਂਬਰ ਬਣਨ ਦਾ ਲਾਲਚ ਨਹੀਂ ਸੀ ਉਹਨੂੰ। ਇਹ ਸੀ ਕਿ ਜਿਹੜਾ ਮੈਂ ਕੰਮ ਚੁੱਕਿਆ ਉਹ ਮੈਂ ਅੱਗੇ ਹੋ ਕੇ ਕਰਨਾ ਵਾ। ਬਿਲਕੁਲ ਜੀ, ਪਰਵਿੰਦਰ ਸਿੰਘ ਤੇ ਆਪਣੇ ਬਣਦੇ ਫਰਜ਼ ਜਿਹੜਾ ਇਸ ਕਿਸਾਨ ਸੰਘਰਸ਼ ਦੇ ਵਿੱਚ ਉਹ ਨਿਭਾ ਗਿਆ। ਹੁਣ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਆਪਣੇ ਜ਼ਮੀਰ ਨੂੰ ਇੱਕ ਵਾਰੀ ਥੋੜ੍ਹਾ ਜਿਹਾ ਝੰਜੋੜ ਕੇ ਤੇ ਉਹਦੀ ਆਵਾਜ਼ ਸੁਣਦੇ ਹੋਏ ਇਸ ਸੰਘਰਸ਼ ਦੇ ਵਿੱਚ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਜਿਹੜਾ ਹਿੱਸਾ ਪਾਈਏ ਤੇ ਇਹ ਕਾਨੂੰਨ ਜਿਹੜੇ ਵਾਪਸ ਕਰਾਈਏ। ਪਿੰਡ ਵਾਲਿਆਂ ਨੂੰ
ਇਹ ਅਪੀਲ ਕਰਦੀ ਹਾਂ ਕਿ ਉਹਦੀ ਵੀ ਮਨ ਨੂੰ ਸ਼ਾਂਤੀ ਆਊਗੀ ਜੇ ਤੁਸੀਂ ਸਾਰੇ ਉਹਦੀ ਉਹ ਟਰਾਲੀ ਖੋਲ੍ਹ ਦੇਣਾ ਤੇ ਉਹ ਟਰਾਲੀ ਲੈ ਕੇ ਜਾਂਦੇ। ਜਿਸ ਤਰ੍ਹਾਂ ਉਹਨੇ ਬੰਨੀ ਸੀ, ਕਹਿੰਦਾ ਮੈਂ ਇੰਨੀ ਕੁ ਸਹੂਲਤ ਦੇਤੀ। ਪਹਿਲਾਂ ਟਰਾਲੀ ਲੈ ਕੇ ਗਿਆ ਸੀ, ਕਹਿੰਦਾ ਛੱਤ ਨੀਵੀਂ ਰਹਿ ਗਈ ਆ, ਤੇ ਜਿਹੜੀ ਹੁਣ ਟਰਾਲੀ ਕੀਤੀ ਸੀਗੀ ਤਿਆਰ, ਇਹਦੀ ਛੱਤ ਵੀ ਉੱਚੀ ਪਾਈ, ਵਿੱਚ ਮੋਬਾਈਲ ਚਾਰਜ ਕਰਨ ਵਾਸਤੇ ਸਾਰਾ ਇਲੈਕਟ੍ਰੀਕਲ ਦਾ ਵੀ ਆਪੇ ਕੰਮ ਕੀਤਾ। ਫਿਰ ਉਹਦਾ ਲਿਆ ਕੇ ਉਹਦੀ ਡੈਕੋਰੇਸ਼ਨ ਕੀਤੀ ਤੇ ਕਹਿੰਦਾ ਅਸੀਂ ਜੇ ਵੀ ਪਤਾ ਲੱਗੂਗਾ ਕਿਸ ਤਰ੍ਹਾਂ ਜਾਂਦੇ। ਕਹਿੰਦਾ ਆਪੇ ਵਿੱਚ ਸਵਿਚ ਲਾਤੇ, ਆਪੇ ਜਿੰਨੇ ਲਾਈਟ ਜਗਾਉਣੀ ਹੋਗੀ ਜਗਾ ਲਓ, ਜਿੰਨੇ ਬੰਦ ਕਰਨੀ ਹੋ ਬੰਦ ਕਰ ਲਓ, ਤੇ ਵੀ ਡਰਾਈਵਰ ਨੂੰ ਅੱਗੇ ਡਿਸਟਰਬ ਨਹੀਂ ਕਰੇਗਾ ਕੋਈ ਵੀ ਮੈਨੂੰ ਲਾਈਟ ਜਗਾ ਦੇ ਜਾਂ ਬੰਦ ਕਰ ਦੇ। ਸਾਰੀਆਂ ਸਹੂਲਤਾਂ ਉਹਨੇ ਦੇ ਕੇ, ਗੱਦੇ ਲਾ ਕੇ, ਤੇ ਉਹ ਜਦੋਂ ਉਹਦਾ ਨਹੀਂ ਤੁਰੇ ਉਹਦਾ ਦਿਲ ਟੁੱਟਿਆ ਵਾ। ਬਿਲਕੁਲ ਜੀ। ਸੱਜੀ ਸਜਾਈ ਟਰਾਲੀ ਰਹਿ ਗਈ ਤੇ ਨਾਲ ਤੁਰਨ ਲੱਗਿਆਂ ਕੁਝ ਲੋਕਾਂ ਨੇ ਵਾਅਦਾ ਕਰਕੇ ਜਦੋਂ ਪੈਰ ਪਿੱਛੇ ਖਿੱਚ ਲਏ ਤੇ ਉਸ ਗੱਲ ਦਾ ਬੇਹੱਦ ਸਦਮਾ ਲੱਗਾ, ਜਿਹਦੇ ਨਾਲ ਵੀਰ ਪਰਵਿੰਦਰ ਸਿੰਘ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਫਿਰ ਵੀ ਸਰਕਾਰ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਇਹ ਕਾਨੂੰਨ ਜਿਹੜੇ ਵਾਪਸ ਕਰ ਲਏ ਜਾਣ, ਤਾਂ ਕਿ ਕਿਸਾਨ ਜਿਹੜੇ ਨੇ ਆਪਣੇ ਪਰਿਵਾਰਾਂ 'ਚ ਆਉਣ ਤੇ ਆਪਣੇ ਜਿਵੇਂ ਜ਼ਿੰਦਗੀ ਅੱਗੇ ਜੀ ਰਹੇ ਨੇ ਉਸੇ ਢੰਗ ਨਾਲ ਆਪਣੇ ਪਰਿਵਾਰ 'ਚ ਆਪਣੇ ਬੱਚਿਆਂ 'ਚ ਰਹਿ ਕੇ ਉਹ ਜ਼ਿੰਦਗੀ ਜੀਣ। ਉਮੀਦ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਇਹ ਜਿੱਦ ਛੱਡੇ ਸਰਕਾਰ ਤੇ ਕਿਸਾਨ ਜਿਹੜੇ ਸੁੱਖ ਦੀ ਜ਼ਿੰਦਗੀ ਜੀਣ। ਇਸ ਵਕਤ ਸਾਡੇ ਨਾਲ ਸ਼ਹੀਦ ਹੋ ਚੁੱਕੇ ਕਿਸਾਨ ਪਰਵਿੰਦਰ ਸਿੰਘ ਦੀ ਧਰਮ ਪਤਨੀ ਬੀਬੀ ਰੁਪਿੰਦਰ ਕੌਰ ਸਾਡੇ ਨਾਲ ਆ। ਤੇ ਸਭ ਤੋਂ ਪਹਿਲਾਂ ਤੇ ਭੈਣ ਜੀ ਅਸੀਂ ਤੁਹਾਡੇ ਇਸ ਦੁੱਖ ਦੇ ਵਿੱਚ ਸ਼ਰੀਕ ਹਾਂ। ਸਾਡਾ ਚੈਨਲ, ਸਾਡੀ ਸੰਸਥਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ, ਜਿਸ ਵੱਲੋਂ 50,000 ਰੁਪਏ ਦੀ ਸੇਵਾ ਵੀ ਆਪ ਜੀ ਦੇ ਪਰਿਵਾਰ ਨੂੰ ਦਿੱਤੀ ਗਈ ਹੈ, ਇਹ ਕਿਵੇਂ ਭਾਣਾ ਵਾਪਰਿਆ, ਕੀ ਕੁਝ ਹੋਇਆ ਭੈਣ ਜੀ? ਇਹਨਾਂ ਪਹਿਲੇ ਵੀ 26 ਜਨਵਰੀ ਨੂੰ ਹੋ ਕੇ ਆਏ ਸੀ ਸੰਘਰਸ਼। ਹਾਂਜੀ। ਫਿਰ ਦੂਸਰੀ ਵਾਰੀ ਤਿਆਰ ਸੀ ਜਾਣ ਵਾਸਤੇ। ਅੱਛਾ। ਤੇ ਅਚਾਨਕ ਹੀ ਉਹ ਪਿੰਡ ਦੀ ਕੋਈ ਸੰਗਤ ਨਾ ਜਾਣ ਕਰਕੇ ਮਨ ਤੇ ਟੈਨਸ਼ਨ ਆ ਗਈ ਇਹਨਾਂ ਦੀ। ਅੱਛਾ। ਇੱਕਦਮ ਬੀਪੀ ਹੋ ਗਿਆ ਜ਼ਿਆਦਾ। ਹਾਂਜੀ। ਇਸ ਕਾਰਨ ਉਹਨਾਂ ਦੀ। ਪਹਿਲਾਂ ਵੀ ਕੋਈ ਦਵਾਈ ਬੀਪੀ ਦੀ ਜਾਂ ਕੋਈ ਹਾਰਟ ਦੀ ਇਦਾਂ ਦੀ ਕੋਈ ਖਾਂਦੇ ਸੀਗੇ? ਨਾ ਨਾ, ਪਹਿਲਾਂ ਕੋਈ ਨਹੀਂ। ਅਚਾਨਕ ਉਹਨਾਂ ਦਾ ਬੀਪੀ ਜਿਹੜਾ ਵਧਿਆ। ਕੋਈ ਜ਼ਮੀਨ ਕਿੰਨੀ ਕੁ ਹੈ ਤੁਹਾਡੇ ਕੋਲ? 4.5 ਕਿੱਲੇ। ਤੇ ਕਰਜ਼ਾ ਕਿੰਨਾ ਕੁ? ਕਰਜ਼ੇ ਬਾਰੇ ਨਹੀਂ, ਮਤਲਬ ਉਹ ਪਾਪਾ ਜੀ ਨੂੰ ਪਤਾ, ਉਹਨਾਂ ਨੇ ਚਲੋ ਦੱਸੀ ਆ ਗੱਲ। ਪਰਿਵਾਰ ਸਾਂਝਾ ਇਕੱਠਾ ਇੱਕੋ ਜਗ੍ਹਾ ਜੀ? ਇਕੱਠਾ। ਕਿੰਨੇ ਬੱਚੇ ਆ? 2 ਬੇਟੇ ਪੜ੍ਹਦੇ ਨੇ? ਹਾਂਜੀ। ਕਿਹੜੀ ਕਲਾਸ 'ਚ? ਵੱਡਾ +2, ਛੋਟਾ +1 ਜੀ। ਹਾਂਜੀ। ਚਲੋ ਕੋਈ ਨਹੀਂ, ਸਤਿਗੁਰੂ ਕਿਰਪਾ ਕਰਨ। ਜਿਵੇਂ ਕਿਸਾਨ ਜਥੇਬੰਦੀਆਂ ਨੇ ਵੀ ਸਤਿਗੁਰੂ ਜੀ ਦੀ ਹਜ਼ੂਰੀ 'ਚ ਇਹ ਗੱਲ ਕਿਹਾ ਕਿ ਉਹਨਾਂ ਦੀ ਪੜ੍ਹਾਈ ਲਈ ਵੀ ਉਹ ਕਰਨਗੇ, ਜਾਂ ਤੁਹਾਡੇ ਲਈ ਜੋ ਵੀ ਉਹ ਵੱਧ ਤੋਂ ਵੱਧ ਕਰ ਸਕਦੇ ਆ ਉਹ ਜ਼ਰੂਰ ਕਰਨਗੇ। ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਆਉਂਦੀ ਹੈ ਗੱਲ ਵੀ ਜੇ ਅਪੀਲ ਕੀਤੀ ਸੀ ਤੇ ਸੰਗਤ ਨੂੰ ਜਾਣਾ ਚਾਹੀਦਾ ਸੀਗਾ ਨਾਲ, ਕਿਉਂਕਿ ਇਹ ਘਰ ਦਾ ਇਕੱਲੇ ਦਾ ਤੇ ਮਸਲਾ ਹੈ ਨਹੀਂ ਵੀ ਇਹ ਪਰਵਿੰਦਰ ਸਿੰਘ ਦੇ ਘਰ ਦਾ ਕੋਈ ਮਸਲਾ ਨਹੀਂ ਸੀ, ਸਾਰਿਆਂ ਦਾ ਸਾਂਝਾ ਮਸਲਾ। ਹਾਂਜੀ, ਜਾਣਾ ਚਾਹੀਦਾ ਸੰਗਤ ਨਾਲ ਸੰਯੋਗ ਦੇ ਨਾਲ। ਹਾਂਜੀ। ਠੀਕ ਹੈ ਜੀ। ਇਹ ਸਨ ਬੀਬੀ ਰੁਪਿੰਦਰ ਕੌਰ, ਪਰਵਿੰਦਰ ਸਿੰਘ ਦੀ ਧਰਮ ਪਤਨੀ, ਜਿਨ੍ਹਾਂ ਨੇ ਹੁਣ ਦੁੱਖ ਬੜਾ ਵੱਡਾ ਹੈ। 2 ਬੱਚੇ ਨੇ, ਉਹਨਾਂ ਦੀ ਪੜ੍ਹਾਈ ਦਾ ਵੀ ਫਿਕਰ ਜਿਹੜਾ ਵਾ ਉਹ ਇਹਨਾਂ ਨੂੰ ਹੁਣ ਕਰਨਾ ਪੈਣਾ। 100 ਜ਼ਿੰਮੇਵਾਰੀਆਂ ਇਹਨਾਂ ਦੇ ਸਿਰ 'ਤੇ ਨੇ। ਪਰ ਫਿਰ ਵੀ ਅਸੀਂ PTN 24 ਚੈਨਲ ਵੱਲੋਂ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਤੁਹਾਡੇ ਇਸ ਦੁੱਖ 'ਚ ਸ਼ਰੀਕ ਹਾਂ ਤੇ ਤੁਹਾਡੇ ਹਰ ਮੁਸ਼ਕਲ ਦੇ ਸਮੇਂ ਦੇ ਵਿੱਚ ਅਸੀਂ ਤੁਹਾਡਾ ਸਾਥ ਦਿਆਂਗੇ ਜੀ। ਬਹੁਤ ਮਿਹਰਬਾਨੀ। ਉਸ ਨੌਜਵਾਨ ਦੇ ਮਨ 'ਚ ਵੀ ਆਇਆ ਜੋਸ਼, ਜਜ਼ਬਾ, ਗਿਆ ਵੀ ਆ ਉੱਥੇ, ਫਿਰ ਤਿਆਰੀ ਕਰ ਰਿਹਾ। ਪਤਾ ਨਹੀਂ ਕੀ ਭਾਣਾ ਵਾਪਰਿਆ, ਕੀ ਮਨ ਦੇ ਵਿੱਚ ਉਹ ਗੱਲ ਆ ਗਈ ਕਿ ਗੱਲ ਦਿਲ ਤੇ ਲੱਗ ਗਈ। ਹੁਣ ਫਰਜ਼ ਇਹ ਬਣਦਾ, ਜਿਵੇਂ ਸਰਦਾਰ ਜਗਜੀਤ ਸਿੰਘ ਹੋਣਾ ਨੇ ਦੱਸਿਆ, ਕਾਮਰੇਡ ਗੁਲਜ਼ਾਰ ਸਿੰਘ ਹੋਣਾ ਵੀ ਦੱਸਿਆ, ਕਿ ਹੁਣ ਇਸ ਪਿੰਡ ਵਾਲਿਆਂ ਤੇ ਨਜ਼ਰ ਰਹਿਣੀ ਜੇ। ਮੈਂ ਇੱਕ ਮੀਡੀਆ ਪਰਸਨ ਵੀ ਹਾਂ, ਕਿ ਇਸ ਪਿੰਡ ਦੇ ਨੌਜਵਾਨਾਂ ਨੂੰ, ਕਿਸਾਨਾਂ ਨੂੰ ਝੰਜੋੜਦਾ ਹੋਇਆ ਇੱਕ ਕਿਸਾਨ ਆਪਣੀ ਜਾਨ ਦੇ ਗਿਆ। ਉਸ ਤੋਂ ਬਾਅਦ ਇਸ ਪਿੰਡ ਵਾਲਿਆਂ ਨੇ ਇਸ ਮੋਰਚੇ 'ਚ ਕੀ ਯੋਗਦਾਨ ਪਾਇਆ? ਭਾਵੇਂ 2 ਦਿਨ ਲਈ ਜਾਇਓ, ਭੋਗ ਤੋਂ ਉਪਰੰਤ ਇਸ ਪਿੰਡ ਦੇ ਵਿੱਚੋਂ ਜਨਾਨੀਆਂ, ਬੱਚੇ, ਬੰਦੇ, ਬਜ਼ੁਰਗ ਸਾਰੇ ਜੇ ਸੱਚੀ ਮੁੱਚੀ ਤੁਹਾਨੂੰ ਕਦਰਿਆ, ਤੁਹਾਨੂੰ ਅਹਿਸਾਸ ਆ ਕਿ ਸਾਡੇ ਪਿੰਡ ਦਾ ਇੱਕ ਨੌਜਵਾਨ ਇਸ ਸੰਘਰਸ਼ ਦੇ ਵਿੱਚ ਜਾਨ ਦੇ ਗਿਆ ਤੇ ਸਾਨੂੰ ਆਵਾਜ਼ ਹੀ ਦਿੰਦਾ ਰਹਿ ਗਿਆ, ਸਾਨੂੰ ਹਲੂਣਦਾ ਹੀ ਰਹਿ ਗਿਆ, ਤੇ ਫਿਰ ਹੁਣ ਜਾਇਓ ਜ਼ਰੂਰ, ਨਹੀਂ ਤੇ ਚੈਨ ਨਾਲ ਨਹੀਂ ਬੈਠ ਦੇਣਾ ਉਹਨੇ। ਉਹ ਬੜੀ ਬੇਚੈਨੀ ਦੇ ਵਿੱਚ ਉਹਨੇ ਸ਼ਹਾਦਤ ਪਾਈ ਜੇ। ਇਸ ਗੱਲ ਦਾ ਅਹਿਸਾਸ ਸਾਰੇ ਪਿੰਡ ਵਾਲਿਆਂ ਨੂੰ ਹੈ, ਹੋਏਗਾ ਜ਼ਰੂਰ ਕਰਿਓ, ਕਿਉਂਕਿ ਲੰਮੀਆਂ ਗੱਲਾਂ
ਮੇਰੇ ਵੀਰ ਕਮਲਜੀਤ ਸਿੰਘ ਨੇ ਦੱਸ ਦਿੱਤਾ ਹੈ। ਸੰਸਥਾ ਦਾ ਕੰਮ ਆ, ਸੰਗਤ ਦਾ ਕੰਮ ਆ। ਮੈਂ ਕੁਝ ਨਹੀਂ ਜੇ ਕਰਦਾ, ਮੈਨੂੰ ਸਤਿਗੁਰੂ ਜੀ ਨੇ ਵਰਤਾਵਾ ਬਣਾਤਾ। ਪ੍ਰਸ਼ਾਦ ਵਰਤਾਉਣ ਵਾਲਾ ਦਾਨੀ ਨਹੀਂ ਹੁੰਦਾ ਤੇ ਪ੍ਰਸ਼ਾਦ ਲੈਣ ਵਾਲਾ ਮੰਗਤਾ ਨਹੀਂ ਹੁੰਦਾ। ਸਤਿਗੁਰੂ ਦੀਆਂ ਬਸਤਾਂ ਦੇ ਵਿੱਚੋਂ ਇਹ ਪ੍ਰਸ਼ਾਦ ਬਣ ਗਿਆ। ਤੇ ਜੇ ਹੁਣ ਕੋਈ ਗ੍ਰੰਥੀ ਸਿੰਘ ਉੱਠ ਕੇ ਵਰਤਾ ਦੂ ਤੇ ਉਹ ਕਹੇਗਾ ਵੀ ਮੈਂ ਹੀ ਲਿਆ ਸਾਰਿਆਂ ਨੂੰ ਛਕਾਉਣ, ਤੇ ਇਹ ਗੱਲ ਸੱਚੀ ਨਹੀਂ। ਇਹ ਉਹਦੀ ਵਡਿਆਈ ਹੈ, ਸਤਿਗੁਰੂ ਨੇ ਉਹਨੂੰ ਬਖਸ਼ਿਸ਼ ਕੀਤੀ ਹੈ ਕਿ ਇਹ ਤੂੰ ਵਰਤਾ। ਸ਼ਾਇਦ ਮੇਰੀ ਕੋਈ ਪੁਰਾਣੀ ਭਗਤੀ ਹੈ ਕਿ ਮੈਨੂੰ ਸੱਚੇ ਪਾਤਸ਼ਾਹ ਨੇ ਵੰਡਣ ਵਾਲੇ ਥਾਂ ਤੇ ਬਾਤਾ ਤੇ 2015 ਤੋਂ ਲਗਾਤਾਰ ਇਹ ਰਾਤੋਂ ਰਾਤ ਕਿਸਾਨ ਸੰਘਰਸ਼ ਚੋਂ ਉੱਠੀ ਜਥੇਬੰਦੀ ਨਹੀਂ ਵੀ ਚਲੋ ਹੁਣ ਪੈਸੇ ਇਕੱਠੇ ਹੁੰਦੇ ਤੇ ਇਹ ਵੀ ਕਰ ਲਈਏ। ਅਸੀਂ ਪੂਰਾ ਐਲਾਨ ਕੀਤਾ ਹੈ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਦੇ ਉੱਤੇ, ਗਾਜੀਪੁਰ ਬਾਰਡਰ ਦੇ ਉੱਤੇ ਕਿ ਸਾਡੇ ਕੋਲ gofundme.com ਦੇ ਪਲੇਟਫਾਰਮ ਦੇ ਉੱਤੇ $1 ਲੱਖ ਇਕੱਠਾ ਹੋ ਰਿਹਾ ਹੈ। ਉਹ ਅਸੀਂ ਇਹਨਾਂ ਕਿਸਾਨ ਜਿਹੜੇ ਸ਼ਹੀਦ ਹੋ ਗਏ ਨੇ, ਚਾਹੇ ਉਹ ਕਿਸੇ ਹਾਦਸੇ 'ਚ ਜਾਂ ਹਾਰਟ ਅਟੈਕ ਨਾਲ ਜਾਂ ਜਿਹਦਾ ਕੋਈ ਇਹਦੇ ਵਿੱਚ ਇਸ ਅੰਦੋਲਨ 'ਚ ਯੋਗਦਾਨ ਹੈ, ਤੇ 50-50 ਹਜ਼ਾਰ ਦਾ ਜਿਹੜਾ ਸਾਡੀ ਸੰਸਥਾ ਵੱਲੋਂ ਹੋਇਆ ਅਸੀਂ ਪਹੁੰਚਾ ਰਹੇ ਹਾਂ। ਸਤਿਗੁਰੂ ਦੀ ਹਜ਼ੂਰੀ 'ਚ ਖੜਾ ਸਟੇਜ ਤੇ ਵੀ ਇਹ ਗੱਲ ਕਹੀ ਹੈ, ਕੋਈ ਵੀ ਸ਼ਖਸ ਕਦੀ ਵੀ ਮੈਨੂੰ 2-4-6 ਮਹੀਨੇ ਬਾਅਦ ਫੋਨ ਕਰਕੇ ਪੁੱਛ ਲੇ, ਮੇਰੇ ਘਰ ਆ ਕੇ ਪੁੱਛ ਲੇ, ਮੈਨੂੰ ਘਰ ਸੱਦ ਕੇ ਪੁੱਛ ਲੇ, ਬਲਵੰਦਰ ਸਿੰਘ ਦੱਸੋ ਕੀ ਕੀਤਾ $1 ਲੱਖ ਦਾ, 1-1 ਰੁਪਈਏ ਦਾ ਹਿਸਾਬ ਦਿਆਂਗਾ। ਇਹ ਗੱਲ ਮੈਂ ਕਦੀ ਨਹੀਂ ਕਹਾਂਗਾ ਕਿ ਤੂੰ ਕੌਣ ਹੈ ਮੈਨੂੰ ਪੁੱਛਣ ਵਾਲਾ। ਇੱਥੇ ਬੜੇ ਪੈਸੇ ਆ ਰਹੇ ਨੇ, ਮੈਨੂੰ ਮੇਰੇ NRI ਭੈਣ ਭਰਾਵਾਂ ਨੂੰ ਮੈਂ ਬੜੀ ਦੇਰ ਤੋਂ ਜਾਣਦਾ। ਉੱਥੇ ਮੈਂ ਅੱਜ 10,000 ਦੀ ਪੋਸਟ ਪਾ ਗਿਆ ਨਾ ਸਤਿਗੁਰੂ ਦੀ ਕਿਰਪਾ ਦੇ ਨਾਲ ਵੀ ਇਸ ਪਰਿਵਾਰ ਨੂੰ 10,000 ਦੀ ਲੋੜ ਹੈ ਤੇ ਗੁਰੂ 10 ਲੱਖ ਵੀ ਆ। ਇਸ ਕਰਕੇ ਹਿਸਾਬ ਕਿਤਾਬ ਜਿਹੜੇ ਆ ਸਾਰਿਆਂ ਦੇ ਹੋਣੇ ਚਾਹੀਦੇ ਆ, ਪਾਰਦਰਸ਼ਤਾ ਦੇ ਨਾਲ ਹੋਣੇ ਚਾਹੀਦੇ ਆ। ਅੱਜ ਮੈਂ ਬੇਨਤੀ ਕਰਾਂਗਾ ਭਾਈ ਕਮਲਜੀਤ ਸਿੰਘ ਜੀ, ਜੇ ਬੀਬੀ ਰੁਪਿੰਦਰ ਕੌਰ ਜੀ ਨੂੰ ਤੁਸੀਂ ਬੁਲਾ ਲਓ। ਇਕੱਠਿਆਂ ਨੂੰ ਬੁਲਾ ਲਾਂਗੇ, ਤੁਸੀਂ ਸਮਾਪਤੀ ਕਰ ਲਓ ਤੇ ਫਿਰ ਇਕੱਠਿਆਂ ਨੂੰ ਲਾਂਗੇ। ਠੀਕ ਹੈ, ਠੀਕ ਹੈ, ਠੀਕ ਹੈ, ਬਹੁਤ ਮਿਹਰਬਾਨੀ ਜੀ। ਬਾਕੀ ਸੰਗਤ ਵੱਲੋਂ ਜੋ ਆਇਆ, ਇੱਕ ਬੇਨਤੀ ਕਿ ਜਦੋਂ ਵੀ ਕਿਤੇ ਜਾਣਾ ਹਨੇਰੇ ਨਹੀਂ ਚੱਲਣਾ, ਤੁਹਾਡੀਆਂ ਜਾਨਾਂ ਬਹੁਤ ਕੀਮਤੀ ਹੈ। A soldier should live as he can, ਕਿ ਇੱਕ ਸਿਪਾਹੀ ਨੂੰ ਉਦੋਂ ਤੱਕ ਜਿੰਦਾ ਰਹਿਣਾ ਚਾਹੀਦਾ ਜਿੰਨਾ ਚਿਰ ਉਹ ਰਹਿ ਸਕਦਾ ਹੈ। ਬਿਲਕੁਲ ਮਰ ਕੇ ਤੇ ਸ਼ਹਾਦਤਾਂ ਪ੍ਰਾਪਤ ਕਰਕੇ ਵੀ ਸਭ ਕੁਝ ਨਹੀਂ ਇਹ ਹੁੰਦਾ। ਵਿਨਿੰਗ ਟਰਾਫੀ ਫੜਨ ਲਈ ਵੀ ਵਿੱਚ ਹੱਥ ਸਾਡੇ ਕਾਇਮ ਰਹਿਣੇ ਚਾਹੀਦੇ। ਤੁਹਾਡੀਆਂ ਜਾਨਾਂ ਸਾਡੇ ਲਈ ਬੜੀਆਂ ਕੀਮਤੀ ਜੇ, ਇਹਨਾਂ ਨੂੰ ਬਚਾਓ, ਆਪਣੇ ਆਪ ਨੂੰ ਬਚਾਓ। ਰਸਤਿਆਂ 'ਚ ਧਿਆਨ ਨਾਲ ਚੱਲੋ, ਹਨੇਰੇ ਨਾ ਚੱਲੋ, ਤੇ ਫਿਰ ਵੀ ਦਿਲ ਤੇ ਨਾ ਲਾਓ, ਚੜ੍ਹਦੀ ਕਲਾ 'ਚ ਰਹੋ। ਲੜਨਾ ਪਏਗਾ ਜਿੰਨਾ ਚਿਰ ਅਸੀਂ ਲੜਨ ਲਈ ਤਿਆਰ ਹਾਂ। ਸੰਗਤ NRI ਭੈਣ ਭਰਾ ਵਿਦੇਸ਼ਾਂ 'ਚ ਬੈਠੇ ਤੁਹਾਡੇ ਨਾਲ ਨੇ, ਇੱਥੋਂ ਦੀ ਵੀ ਸੰਗਤ ਜੁੜ ਬੈਠੀ ਹੈ, ਹੁਣ ਉਹ ਵੀ ਨਾਲ ਸਾਡੇ ਚੱਲ ਰਹੀ ਹੈ, ਉਹਨਾਂ ਦੇ ਵੀ ਫੋਨ ਕਰਾਂਗੇ। ਬੜੀ ਮਿਹਰਬਾਨੀ ਜੀ ਆਪ ਸਭ ਸੰਗਤ ਦੀ। ਔਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਵੱਲੋਂ ਜਿਹੜੀ ਬਖਸ਼ਿਸ਼ ਮੈਨੂੰ ਵਰਤਾਵਾ ਬਣਾਇਆ ਗਿਆ, ਮੈਂ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਇਹ ਸੇਵਾ ਕਰਾਂਗਾ। ਬਾਕੀ ਗੱਲ ਕੀਤੀ ਸੀ ਬੱਚਿਆਂ ਦੀ, ਸਰਦਾਰ ਜਗਜੀਤ ਸਿੰਘ ਹੋਣਾ ਨੇ, ਅਸੀਂ ਇਹ ਗੱਲ ਕਰਦੇ ਹਾਂ ਕਿ ਜੇ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਦਿੱਕਤ ਪਰੇਸ਼ਾਨੀ ਆਵੇ, ਸਾਡੀ ਸੰਸਥਾ ਨਾਲ ਹੈ। ਅਸੀਂ तमाम ਜਿਹੜੇ ਸ਼ਹੀਦ ਕਿਸਾਨ ਪਰਿਵਾਰਾਂ ਦੀਆਂ, ਜੇ ਕੋਈ ਕਿਸੇ ਦੀ ਧੀ ਵਿਆਹੁਣ ਵਾਲੀ ਆ, ਸਾਡੀ ਸੰਸਥਾ ਨਾਲ ਖੜੇਗੀ ਯਥਾ ਸੰਭਵ। ਜੇ ਕੋਈ ਬੱਚਾ ਪੜ੍ਹਦਾ ਉਹ ਚਾਹੇ ਯੂਨੀਵਰਸਿਟੀ ਤੱਕ ਦੀ, PhD ਤੱਕ ਦੀ ਐਜੂਕੇਸ਼ਨ ਲਵੇ, ਸਾਡੀ ਸੰਸਥਾ ਨਾਲ ਹੈ। ਇਹ ਸਭ ਕੁਝ ਸੰਗਤ ਦੇ ਸਹਿਯੋਗ ਨਾਲ ਆ। ਇਸੇ ਤਰ੍ਹਾਂ ਸੰਗਤ ਦਾ ਸਹਿਯੋਗ ਬਣਿਆ ਰਹੇ, ਸਤਿਗੁਰੂ ਜੀ ਦਾ ਆਸ਼ੀਰਵਾਦ ਬਣਿਆ ਰਹੇ, ਸੇਵਾ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ ਅਸੀਂ ਇਸ ਪਰਿਵਾਰ ਦੇ ਸਪੁਰਦ 50,000 ਰੁਪਏ ਦੀ ਚੈੱਕ ਕਰ ਰਹੇ ਹਾਂ ਜੀ। ਤੇ ਸ਼ੁਕਰਗੁਜ਼ਾਰ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਯੂਨਿਟ ਦੇ ਭਾਈ ਕਰਨੈਲ ਸਿੰਘ ਜੀ ਹੋਣੀ ਤੇ ਉਹਨਾਂ ਦੀ ਸਾਰੀ ਟੀਮ ਦਾ, ਜਿਹੜੇ ਸਾਨੂੰ ਬਹੁਤ ਸਹਿਯੋਗ ਕਰਦੇ ਨੇ। ਤੇ ਨਾਲ ਦੀ ਨਾਲ ਹੀ ਸਰਦਾਰ ਰਜਿੰਦਰ ਸਿੰਘ ਜੀ UK, ਇਹ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ UK ਯੂਨਿਟ ਦੇ ਉੱਥੇ ਬੜੇ ਪ੍ਰਮੁੱਖ ਸੇਵਾਦਾਰ ਨੇ, ਔਰ ਅਕਸਰ ਸਾਨੂੰ ਇਸ ਤਰ੍ਹਾਂ ਇਹ ਸੇਵਾ ਲੋੜਵੰਦ ਪਰਿਵਾਰਾਂ ਲਈ ਭੇਜਦੇ ਰਹਿੰਦੇ ਆ।